ਸਾਹਿਬ ਕਹਿੰਦੇ ਕੀਟਾਂ ਅੰਦਰ ਕੀਟ, ਕੀੜਿਆਂ ਦੇ ਵਿੱਚ ਵੀ ਕੀੜਾ। ਉਹ ਅਕਾਲ ਪੁਰਖ ਪਰਮਾਤਮਾ ਉਸ ਜੀਵ ਨੂੰ ਕੀੜਿਆਂ ਦੇ ਵਿੱਚ ਵੀ ਕੀੜਾ, ਭਾਵ ਇੱਕ ਮਾਮੂਲੀ ਜਿਹਾ ਕੀੜਾ ਸਮਝਦੇ ਹੋਏ ਕਰ ਦੋਸ਼ੀ, ਉਸ ਨੂੰ ਦੋਸ਼ੀ ਥਾਪ ਕੇ ਦੋਸ਼ ਧਰੇ, ਉਹਦੇ ਜਿਹੜੇ ਦੋਸ਼ ਨੇ ਉਹ ਸਾਬਤ ਕਰਦਾ ਹੈ, ਉਹਦੀਆਂ ਗਲਤੀਆਂ ਨੂੰ ਸਾਬਤ ਕਰਕੇ ਉਹਨੂੰ ਦੋਸ਼ੀ ਠਹਿਰਾਉਂਦਾ ਹੈ। ਤੇ ਸਾਹਿਬ ਕਹਿੰਦੇ ਫਿਰ ਬਖਸ਼ਿਸ਼ ਦੇ ਘਰ ਵਿੱਚ ਜੇ ਆ ਜਾਏ, ਸਾਹਿਬ ਕਹਿੰਦੇ ਉਹਦਾ ਸੁਭਾਅ ਹੈ ਜੋ ਬਿਰਧ ਹੈ, ਨਾਨਕ ਨਿਰਗੁਣ ਗੁਣ ਕਰੇ। ਹੇ ਨਾਨਕ, ਉਹ ਅਕਾਲ ਪੁਰਖ ਮਨੁੱਖ ਨਿਰਗੁਣ, ਨਿਰਗੁਣ ਕਹਿੰਦੇ ਨੇ ਗੁਣਾਂ ਤੋਂ ਖਾਲੀ ਮਨੁੱਖ ਨੂੰ, ਜਿਸ ਮਨੁੱਖ ਦੇ ਵਿੱਚ ਗੁਣ ਨਾ ਹੋਣ, ਗੁਣ ਕਰੇ। ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਗੁਣਾਂ ਤੋਂ ਖਾਲੀ ਮਨੁੱਖਾਂ ਦੇ ਵਿੱਚ ਵੀ ਗੁਣ ਪੈਦਾ ਕਰ ਦਿੰਦਾ ਹੈ। ਗੁਣਵੰਤਿਆਂ ਗੁਣ ਦੇ, ਅਤੇ ਗੁਣਾਂ ਵਾਲੇ ਮਨੁੱਖਾਂ ਦੇ ਵਿੱਚ ਵੀ ਉਹ ਪਰਮਾਤਮਾ ਹੀ ਗੁਣ ਬਖਸ਼ਦਾ ਹੈ। ਤੇਹਾ ਕੋਏ ਨਾ ਸੁਝਈ, ਤੇਹਾ ਇਹੋ ਜਿਹਾ ਕੋਈ ਵੀ ਨਾ ਸੁਝਈ, ਨਹੀਂ ਲੱਭਦਾ, ਜਿਹੜਾ ਤਿਸ ਮਤਲਬ ਉਹਨਾਂ ਨਿਰਗੁਣਾਂ ਨੂੰ ਗੁਣ ਕੋਏ ਕਰੇ, ਭਾਵ ਕੋਈ ਨਹੀਂ ਦੇ ਸਕਦਾ। ਅਰਥ ਕਰੀਏ, ਸਾਹਿਬ ਕਹਿੰਦੇ ਇਹੋ ਜਿਹਾ ਕੋਈ ਹੋਰ ਨਹੀਂ ਦਿਸਦਾ ਜੋ ਨਿਰਗੁਣ ਜੀਵਾਂ ਨੂੰ ਕੋਈ ਗੁਣ ਦੇ ਸਕਦਾ ਹੋਵੇ। ਪਰਮਾਤਮਾ ਦੀ ਮਿਹਰ ਦੀ ਨਜ਼ਰ ਹੀ ਹੈ ਕਿ ਉਹ ਬਖਸ਼ਿਸ਼ ਦੇ ਵਿੱਚ ਆ ਕੇ ਜੀਵਨ ਨੂੰ ਉੱਚੀਆਂ ਕਰ ਸਕਦੀ ਹੈ। ਲੰਮੀ ਉਮਰ ਅਤੇ ਜਗਤ ਦੀ ਸ਼ੋਭਾ ਜੀਵਨ ਦੇ ਵਿੱਚ ਸਹਾਇਤਾ ਨਹੀਂ ਕਰ ਸਕਦੀ। ਜੀਵਨ ਦੇ ਵਿੱਚ ਕੇਵਲ ਉਸ ਪਰਮਾਤਮਾ ਦੀ ਬਖਸ਼ਿਸ਼ ਹੈ, ਜਿਹੜੀ ਬਖਸ਼ਿਸ਼ ਜੀਵ ਨੂੰ ਗੁਣ ਵਾਲਾ ਬਣਾ ਸਕਦੀ ਹੈ। ਇੱਕ ਬੇਨਤੀ, ਇੱਕ ਛੋਟਾ ਜਿਹਾ ਬੱਚਾ ਜਦੋਂ ਮਾਂ-ਬਾਪ ਦੇ ਘਰ ਦੇ ਵਿੱਚ ਜਨਮ ਲੈਂਦਾ ਹੈ, ਉਹ ਚੱਲ ਫਿਰ ਨਹੀਂ ਸਕਦਾ, ਪਰ ਉਸ ਬੱਚੇ ਦੀ ਇੱਛਾ ਉਸ ਸਮੇਂ ਇਹ ਹੁੰਦੀ ਹੈ ਕਿ ਮੇਰਾ ਮਾਤਾ ਪਿਤਾ ਮੇਰੇ ਹਰ ਦਮ ਨਾਲ ਰਹੇ, ਮੈਨੂੰ ਉਹ ਕੁਛੜ ਚੁੱਕਣ, ਮੈਨੂੰ ਗੋਦੀ ਵਿੱਚ ਲੈਣ। ਉਹ ਮੇਰੇ ਮਾਤਾ ਪਿਤਾ ਜਿਹੜੇ ਨੇ ਮੇਰੀਆਂ ਅੱਖਾਂ ਤੋਂ ਓਹਲੇ ਨਾ ਹੋਣ। ਉਸ ਸਮੇਂ ਬੱਚੇ ਦੀ ਕੇਵਲ ਇੱਕ ਇਹ ਇੱਛਾ ਹੈ। ਇਹੋ ਬੱਚਾ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ ਅਤੇ ਇਹ ਬੱਚਾ ਬੈਠਣਾ ਸਿੱਖ ਜਾਂਦਾ, ਖੇਡਣਾ ਸਿੱਖ ਜਾਂਦਾ, ਅਤੇ ਜਦੋਂ ਇਸ ਬੱਚੇ ਨੂੰ ਖਿਡੌਣੇ ਦਿੱਤੇ ਜਾਂਦੇ ਅਤੇ ਇਹ ਖਿਡੌਣੇ ਦੇ ਨਾਲ ਪਿਆਰ ਕਰਦਾ ਹੋਇਆ ਉਸ ਮਾਤਾ ਪਿਤਾ ਦੀ ਖਿੱਚ ਨੂੰ ਘਟਾ ਦਿੰਦਾ ਹੈ। ਹੁਣ ਉਹ ਉਹਨਾਂ ਦੇ ਕੋਲ ਇੰਨਾ ਜ਼ਿਆਦਾ ਨਹੀਂ ਜਾਂਦਾ ਜਿਵੇਂ ਪਹਿਲਾਂ ਬਹਿੰਦਾ ਸੀ, ਜਿਵੇਂ ਪਹਿਲਾਂ ਖੇਡਦਾ ਸੀ, ਹਰ ਸਮੇਂ ਮਾਂ-ਬਾਪ ਕਹਿੰਦਾ ਸੀ। ਪਰ ਜੇ ਉਹਦੇ ਖੇਡਦਿਆਂ ਖੇਡਦਿਆਂ ਕੋਈ ਬਿੱਲੀ, ਕੁੱਤਾ, ਜਾਨਵਰ ਉਹਦੇ ਕੋਲ ਆ ਜਾਏ, ਜਾਂ ਕੋਈ ਉਹਦੇ ਹੱਥ ਵਿੱਚ ਫੜੀ ਹੋਈ ਚੀਜ਼ ਨੂੰ ਖੋਹਣ ਦੀ ਕੋਸ਼ਿਸ਼ ਕਰੇ, ਤਾਂ ਉਹਨੂੰ ਫਿਰ ਆਪਣਾ ਮਾਂ-ਬਾਪ ਯਾਦ ਆ ਜਾਂਦਾ ਹੈ ਅਤੇ ਉਹ ਮਾਂ-ਬਾਪ ਨੂੰ ਆਵਾਜ਼ਾਂ ਮਾਰਦਾ ਹੈ। ਇਹਦੇ ਤੋਂ ਅੱਗੇ ਫਿਰ ਉਹ ਵੱਡਾ ਹੋਇਆ, ਉਹ ਤੁਰਨ ਫਿਰਨ ਲੱਗ ਗਿਆ, ਗਲੀ ਵਿੱਚ ਜਾਣ ਲੱਗ ਗਿਆ, ਆਪਣੇ ਸਾਥੀਆਂ ਦੇ ਨਾਲ ਖੇਡਣ ਲੱਗ ਗਿਆ, ਅਤੇ ਖੇਡ ਦਾ ਪਿਆਰ ਉਹਦੇ ਅੰਦਰ ਇੰਨਾ ਪ੍ਰਬਲ ਹੋ ਗਿਆ ਕਿ ਇੱਥੋਂ ਤੱਕ ਜਦ ਤੱਕ ਉਹ ਭੁੱਖ ਨਾ ਲੱਗੇ ਉਹਨੂੰ ਮਾਂ ਯਾਦ ਨਹੀਂ ਆਉਂਦੀ। ਫਿਰ ਸਕੂਲ ਗਿਆ, ਮਿੱਤਰਾਂ ਦੇ ਵਿੱਚ ਬੈਠਣ ਲੱਗ ਗਿਆ, ਦੋਸਤਾਂ ਦਾ, ਮਿੱਤਰਾਂ ਦਾ ਘੇਰਾ ਹੋਰ ਵੱਧ ਗਿਆ ਅਤੇ ਮਾਤਾ ਪਿਤਾ ਦੇ ਨਾਲ ਹੋਰ ਪਿਆਰ ਘਟ ਜਾਂਦਾ ਹੈ। ਸਮਾਂ ਆਉਂਦਾ, ਮਾਤਾ ਪਿਤਾ ਉਹਨੂੰ ਉੱਚ ਵਿਦਿਆ ਦੇ ਵਾਸਤੇ ਕਿਸੇ ਦੂਰ ਸ਼ਹਿਰ ਦੇ ਵਿੱਚ, ਵਿਦੇਸ਼ ਦੇ ਵਿੱਚ ਭੇਜ ਦਿੰਦੇ ਨੇ। ਹੁਣ ਉੱਥੇ ਉਹਦੀਆਂ ਸਹੂਲਤਾਂ ਦੇ ਵਾਸਤੇ ਧਨ ਦੌਲਤ ਭੇਜਦੇ ਨੇ, ਸਮਾਨ ਭੇਜਦੇ ਨੇ, ਅਤੇ ਉਹ ਜਵਾਨ ਬੱਚਾ ਹੁਣ ਉਸ ਦੇਸ਼ ਦੇ ਵਿੱਚ, ਸ਼ਹਿਰ ਦੇ ਵਿੱਚ ਪੜ੍ਹਦਾ ਹੋਇਆ ਆਪਣੇ ਮਾਤਾ ਪਿਤਾ ਦੇ ਭੇਜੇ ਹੋਏ ਪੈਸਿਆਂ ਦੇ ਨਾਲ ਕਾਲਜ ਦੇ ਵਿੱਚ ਪੜ੍ਹਾਈ ਕਰਦਾ ਹੈ, ਖੇਡਾਂ ਦੇ ਵਿੱਚ ਪ੍ਰਵੀਨਤਾ ਪ੍ਰਾਪਤ ਕਰਦਾ ਹੈ, ਚੰਗਾ ਨਾਮਣਾ ਖੱਟ ਲੈਂਦਾ ਹੈ, ਪ੍ਰਸਿੱਧੀ ਖੱਟ ਲੈਂਦਾ ਹੈ। ਜਿੱਧਰ ਜਾਂਦਾ ਹੈ ਉਸ ਦਾ ਸਤਿਕਾਰ ਹੁੰਦਾ ਹੈ, ਇੱਜ਼ਤ ਨਾਲ ਉਸ ਨੂੰ ਲੋਕ ਬੁਲਾਉਂਦੇ ਨੇ, ਥਾਂ ਥਾਂ ਦੇ ਉੱਤੇ ਉਹਨੂੰ ਸੱਦੇ ਦਿੱਤੇ ਜਾਂਦੇ ਨੇ, ਉਹਨੂੰ ਜੀਓ ਆਇਆਂ ਕਿਹਾ ਜਾਂਦਾ ਹੈ, ਉਹਦੀ ਕੀਰਤੀ ਫੈਲ ਜਾਂਦੀ ਸੰਸਾਰ ਦੇ ਵਿੱਚ। ਹੁਣ ਇਸ ਅਡੰਬਰ ਦੇ ਵਿੱਚ ਇੰਨਾ ਰੁੱਝ ਜਾਂਦਾ ਹੈ, ਹੁਣ ਐਸੇ ਅਡੰਬਰ ਦੇ ਵਿੱਚ ਉਹ ਇੰਨਾ ਰੁੱਝ ਜਾਂਦਾ ਹੈ ਕਿ ਜਿਨ੍ਹਾਂ ਮਾਪਿਆਂ ਦੀ ਮਿਹਨਤ ਸਦਕਾ ਉਹ ਇਸ ਪੋਜੀਸ਼ਨ 'ਤੇ ਪਹੁੰਚਿਆ, ਇਸ ਅਹੁਦੇ 'ਤੇ ਪਹੁੰਚਿਆ, ਜਿਹੜੇ ਉਸ ਨੂੰ ਬਕਾਇਦਾ ਤੌਰ 'ਤੇ ਖਰਚ ਭੇਜਦੇ ਰਹੇ, ਉਹ ਉਹਨਾਂ ਨੂੰ ਚਿੱਠੀ ਲਿਖਣ ਦੇ ਵਿੱਚ ਵੀ ਦਿਲਚਸਪੀ ਨਹੀਂ ਰੱਖਦਾ। ਅੱਜ ਦੇ ਸਮੇਂ ਦੀ ਗੱਲ ਕਰੀਏ, ਉਹਦੇ ਕੋਲ ਮਾਂ-ਬਾਪ ਨੂੰ ਕਾਲ ਕਰਨ ਵਾਸਤੇ ਵੀ ਸਮਾਂ ਨਹੀਂ,
ये एक बच्चे की गल नहीं प्यार वालिओ, असलीयत दे विच ये हर एक उस जीव की गल है जिहड़ा अकाल पुरख परमात्मा का बचपन तो लैके पहले सवास तो लैके हुण तक कर्ज लै रहा, सहूलतां लै रहा, पर उस व्यक्ति दे कोल, उस जीव दे कोल परमात्मा का शुक्र करन दा, उस परमात्मा के गुण गाउण दा समा नहीं। मंजे दे उपर पिया होया एक रोगी है, वो दिन रात रोग दे विच विरक्त होने के कारण उस परमात्मा नूं याद करता है, पाठ करता है, पर ज्यों ज्यों वो अरोगत हुंदा है उहदी याद की रफ्तार जिहड़ी है वो घटदी जांदी है। जदों वो पूर्ण तौर पर राजी हो जाता उसनूं मालक परमात्मा विसर जाता है। गुरु नानक साहब महाराज ने इसे करके क्या दुख दारू सुख रोग भया। जदों ते जीवन में दुख आउण उदों ते जीवन दे विच परमात्मा का नाम रूपी दारू आ जाता है, पर जदों जीवन दे विच सुख आ जाते ने उदों सुखां दे नाल उस परमात्मा की याद भुल जाती जिहड़े साडे लई रोग बन जाते ने। हुण असां जीवां नूं इस भुल नूं वेख के ही, साडे जीवां दी इस भुल नूं वेख के उस गुरु नानक साहब महाराज जी ने साडे ते बड़े सोहने ढंग दे नाल अपने मन नूं संबोधन करके ये शब्द कहे सी कि सबना जियां का एक दाता सो मैं विसर ना जाई। हुण इस गल नूं होर पक्कियां करन लई इस 7वीं पौड़ी दे विच साहिब जी फरमाउंदे ने कि हे मेरे मित्र, जे तू योग अभ्यास राही अथवा अरोगता के नियमां उपर चल के किसी दवाई का सेवन करके अपनी आयु नूं, उमर नूं लम्मिया करन दे विच भी सफल हो जाए अते अपने बल बुद्धि जां धन दे सदका कोई दान पुण्य, कोई समाज सेवा आदिक कर्म करदा होया, चंगे काम करदा होया नामना खट लें, वडियाई खट लें, लोग तैनूं बड़े चंगे नावां दे नाल सत्कार देण लग जाण, जे तेरी सारे संसार दे विच शोभा फैल जाए तो बाबा जी कहते वेखी किधर इस मान वडियाई नूं पा के उस अकाल पुरख नूं भुल ना जाई, क्योंकि ये तेरी वडियाई उसकी किरपा दे नाल ही मिलती है। हे सज्जणा, जिहड़ी गुरु नानक साहब जी ने दूसरी पौड़ी विच गल कही सी ना कि सब कुछ उस परमात्मा के हुक्म दे विच हुंदा, हुक्मी होवन आकार हुक्म ना कहिया जाई, हुक्मी होवन जी हुक्म मिलै वडियाई, हुक्मी उत्तम नीच। जे अज जीवन दे विच ये वडियाई मिल रही, साहब कहंदे उहदे हुक्म दे विच मिल रही, तो जे उहदे हुक्म दे विच वडियाई मिल रही, अज वडियाई दे रहा तो यह भी चेता रखना चाहिए वो नीवियां बनाउण दे विच भी देरी नहीं करता। बाबा जी की बाणी के बड़े प्यारे शब्द ने। साहब कहंदे नदर उपट्ठी जे करे सुल्ताना घाह कराएंदा, दर मंगण भिख ना पाएंदा। ये जो तू किसी साधन के द्वारा आयु वधाई, उस साधन उपर चलण की प्रेरणा भी तेनों उस परमात्मा ने दिती है। हे भाई, ख्याल कर जे माता पिता बच्चे नूं जमदियां वसार दिंदे, उसकी कोई सार लैण वाला, उसका कोई हाल पुछण वाला ना हुंदा तो वह बच्चे का हाल की हुंदा। जे वो काल पुरख तैनूं अपने मनों वसारते, जे माँ बाप ने बच्चे नूं मनों वसारिया, उहदा सार लैण वाला कोई नहीं, बच्चे का बुरा हाल हो जाता। तो जे वो अकाल पुरख परमात्मा तैनूं मन तो वसार दिंदा, सब कहंदे तेरी एक कीड़े वर्गी हालत हो जाती तो तू कीड़े वांग रुलदा फिरदा, कोई तेरी बात ना पुछदा। अकिरत घण ना बन, ऐसा ना होवे कि तू इस मरतबे तो डिग के न चीज कीड़े दे तुल हो जावे, तथा तेरे उपर अकिरत घण दा दोष लग के तेनों दोषी ठहराया जावे।